ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਾਚ ਕਹੂੰ ਸੁਣ ਲਿਓ ਸਭੈ ਜਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇ। ਜੁਗੋ ਜੁਗੋ ਟਲ ਚਵਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਪਾਵਨ ਹਜ਼ੂਰੀ ਵਿੱਚ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਅਤੇ ਬਾਬਾ ਈਸਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉਹਨਾਂ ਦਾ ਜਨਮ ਦਿਨ ਮਨਾ ਕੇ ਤੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਉਪਦੇਸ਼, ਗੁਰਬਾਣੀ, ਕਥਾ, ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲੀਆਂ ਕਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਗੁਰਮਤ ਦਾ ਪ੍ਰੇਮਾ ਭਗਤੀ ਦਾ ਉਪਦੇਸ਼ ਹੈ। ਕੱਲ ਸ਼ਾਮੀ ਬਾਬਾ ਭੋਲਾ ਜੀ ਪਾਵਨ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੇ ਸੰਬੰਧ ਵਿੱਚ ਜ਼ਿਕਰ ਕਰ ਰਹੇ ਸਨ ਕਿ ਬਾਬਾ ਰਾਮ ਸਿੰਘ ਜੀ ਬਾਬਾ ਈਸਰ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਭਾਵ ਦੇ ਨਾਲ ਮਨਾਉਂਦੇ ਸੀ। ਤੇ ਗੁਰਮੁਖੋ, ਗੁਰਮਤਿ ਦਾ ਸੰਦੇਸ਼ ਹੀ ਐਸਾ ਹੈ ਕਿ ਪਰਮਾਤਮਾ ਨੂੰ ਪ੍ਰੇਮ ਨਾਲ ਪਾਇਆ ਜਾ ਸਕਦਾ ਹੈ। ਬਾਬਾ ਨੰਦ ਸਿੰਘ ਜੀ ਦੇ ਬਚਨ ਸਨ, ਉਹ ਕਹਿੰਦੇ ਸਨ ਕਿ ਜਿਸ ਦੇ ਘਰੇ ਉਸ ਦੇ ਮਾਂ-ਬਾਪ ਹਨ, ਬਜ਼ੁਰਗ ਘਰ ਵਿੱਚ ਹਨ, ਉਹਨੂੰ ਕਿਸੇ ਤੀਰਥ ਦੀ ਯਾਤਰਾ ਜਾਂ ਕਿਸੇ ਦੇਵੀ ਦੇਵਤੇ ਨੂੰ ਮਨਾਉਣ ਦੀ ਲੋੜ ਨਹੀਂ। ਉਹ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਕਰੇ। ਆਪਾਂ ਜਿੰਨੇ ਹੈਗੇ ਆ ਜਾਂ ਜਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਨੇ, ਉਹ ਕਿਉਂ ਮੰਨਦੇ ਨੇ? ਕਿਉਂਕਿ ਦੇਵੀ ਦੇਵਤੇ ਉਸ ਨੂੰ ਕਿਹਾ ਜਾਂਦਾ ਹੈ ਜੋ ਦਿੰਦਾ ਹੈ। ਜੋ ਦਿੰਦਾ ਹੈ, ਜੋ ਅਸੀਂ ਮੰਗਦੇ ਹਾਂ ਉਹ ਦਿੰਦਾ ਹੈ, ਤਾਂ ਉਸ ਨੂੰ ਦੇਵਤਾ ਕਿਹਾ ਜਾਂਦਾ ਹੈ ਕਿ ਉਹ ਦਿੰਦਾ ਹੈ। ਪਰ ਜਿਹੜੇ ਦੇਵਤਿਆਂ ਨੂੰ ਇਹ ਮੰਨਣ ਜਾਂਦਾ ਹੈ, ਤੀਰਥ ਅਸਥਾਨਾਂ 'ਤੇ ਮੰਨਣ ਜਾਂਦਾ ਹੈ, ਉਹਦਾ ਨਾ ਪਤਾ ਨਹੀਂ ਲੱਗਦਾ ਉਹ ਦਿੰਦੇ ਆ ਕਿ ਨਹੀਂ ਦਿੰਦੇ। ਕਿਉਂਕਿ ਜੇ ਹਿਰਦੇ 'ਚੋਂ ਪ੍ਰੇਮ ਨਾ ਹੋਵੇ ਤੇ ਅਰਦਾਸ ਬੇਨਤੀ ਕੀਤੀ ਹੋਈ ਪੂਰੀ ਨਹੀਂ ਹੁੰਦੀ। ਕਿਉਂਕਿ ਜਿਹਦੇ ਮਨ ਵਿੱਚ ਦੁਬਿਧਾ ਹੈ ਉਹਦੀ ਅਰਦਾਸ ਨਹੀਂ ਲੱਗਦੀ। ਪਰ ਜਿਹੜੇ ਘਰ ਬੈਠੇ ਦੇਵਤੇ ਨੇ, ਮਾਤਾ ਪਿਤਾ, ਮਾਤਾ ਆਪਣੇ ਸਭ ਦੇ ਸਾਹਮਣੇ ਆਪਦੇ ਸੁੱਖ ਦਾ ਤਿਆਗ ਕਰਕੇ ਤੇ ਬੱਚੇ ਨੂੰ, ਪੁੱਤਰ ਨੂੰ ਪਾਲਦੀ ਹੈ। ਆਪਦੇ ਸੁੱਖ ਦਾ, ਆਪਣੇ ਸਰੀਰ ਨੂੰ ਦੁੱਖ ਦੇ ਕੇ ਪਰ ਬੱਚੇ ਨੂੰ ਸੁੱਖ ਦਿੰਦੀ। ਕਹਿਣ ਤੋਂ ਭਾਵ ਕਿ ਆਪਣੇ ਸਭ ਦੇ ਸਾਹਮਣੇ ਦਿੰਦੇ ਨੇ। ਤੇ ਜਿਹੜਾ ਪਿਤਾ ਹੈ ਉਹ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਨਾਂ ਕਰ ਦਿੰਦਾ ਹੈ। ਆਪਣੀ ਸਾਰੀ ਜ਼ਿੰਦਗੀ ਦੀ ਦੌਲਤ, ਜਾਇਦਾਦ ਜੋ ਕਮਾਈ ਹੁੰਦੀ ਹੈ ਉਹ ਸਾਰੀ ਬੱਚਿਆਂ ਨੂੰ ਦੇ ਦਿੰਦਾ ਹੈ। ਜਾਣੀ ਕਿ ਸਾਹਮਣੇ ਦਿੰਦੇ ਨੇ। ਦੂਜੇ ਦੇਵਤਿਆਂ ਦਾ ਪਤਾ ਨਹੀਂ, ਦਿੰਦੇ ਹੋਣਗੇ, ਪਰ ਜਿਹੜੇ ਮਾਂ ਬਾਪ ਨੇ
ਇਸ ਕਰਕੇ ਇਸ ਤੋਂ ਵੱਡਾ ਦੇਵਤਾ ਗੁਰਮਤਿ ਦੇ ਅਨੁਸਾਰ ਹੋਰ ਕੋਈ ਨਹੀਂ ਹੈ। ਤੇ ਜਿਹੜੇ ਬੱਚੇ ਆਪਣੇ ਮਾਪਿਓ ਨੂੰ ਅਪਮਾਨਿਤ ਕਰਦੇ ਨੇ, ਉਸ ਦਾ ਇਸ ਤੋਂ ਵੱਡਾ ਹੋਰ ਪਾਪ ਵੀ ਕੋਈ ਨਹੀਂ। ਇਸ ਕਰਕੇ ਗੁਰਮਤਿ ਜਦੋਂ ਸੰਦੇਸ਼ ਹੈ, ਉਹ ਹੈ ਮਾਪਿਓ ਦੀ ਸੇਵਾ ਕਰ। ਤੇ ਜਦੋਂ ਬਾਬਾ ਈਸਰ ਸਿੰਘ ਜੀ ਦੀ ਗੱਲ ਆਉਂਦੀ ਹੈ, ਬਾਬਾ ਆਨੰਦ ਸਿੰਘ ਜੀ ਨੂੰ ਜਦੋਂ ਪਰਮਾਤਮਾ ਦਾ ਅਨੁਭਵ ਹੋਇਆ ਤੇ ਜਿਹੜੇ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਰੂਪ ਕਰਕੇ ਮੰਨਣਾ, ਤੇ ਉਹਨਾਂ ਨੇ ਉਸ ਗੱਲ ਨੂੰ ਅੱਗੇ ਚਲਾਉਣ ਵਾਸਤੇ ਬਾਬਾ ਈਸਰ ਸਿੰਘ ਜੀ ਨੂੰ ਚੁਣਿਆ। ਬਾਬਾ ਈਸਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਕੀਤੀ ਤੇ ਉਹਨਾਂ ਦਾ ਹੁਕਮ ਮੰਨਿਆ। ਹੁਕਮ ਮੰਨ ਕੇ ਸੇਵਾ ਕੀਤੀ, ਤੇ ਜਦੋਂ ਉਹਨਾਂ ਨੇ ਸੇਵਾ ਕੀਤੀ ਤੇ ਜੋ ਜੋ ਜ਼ਿੰਦਗੀ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਨੇ ਕਮਾਇਆ ਸੀ, ਪਾਇਆ ਸੀ, ਜਾਣਿਆ ਸੀ, ਉਹ ਸਾਰੇ ਦਾ ਸਾਰਾ ਬਾਬਾ ਈਸਰ ਸਿੰਘ ਜੀ ਦੀ ਝੋਲੀ ਵਿੱਚ ਪਾ ਗਏ। ਮੇਰਾ ਕਹਿਣ ਤੋਂ ਭਾਵ ਕਿ ਗੁਰਮਤਿ ਦਾ ਜਿਹੜਾ ਸੰਦੇਸ਼ ਹੈ, ਉਹ ਬਾਹਰ ਦੇ ਦੇਵਤਿਆਂ ਨੂੰ ਮੰਨਣ ਦਾ ਨਹੀਂ ਹੈ। ਜਿਹੜੇ ਘਰ ਦੇ ਨੇ, ਆਪਣੇ ਮਾਂ ਬਾਪ ਸਾਡੇ ਘਰ ਦੇ ਨੇ। ਬਾਬਾ ਈਸਰ ਸਿੰਘ ਜੀ ਨੂੰ ਬਾਬਾ ਜੀ ਘਰੋਂ ਜਾ ਕੇ ਲੈ ਆਏ, ਬਾਬਾ ਜੀ ਉਹਨਾਂ ਦੇ ਮਾਂ ਬਾਪ ਬਣ ਗਏ। ਤੇ ਬਾਬਾ ਈਸਰ ਸਿੰਘ ਜੀ ਦੀ ਸੇਵਾ ਤਨ ਮਨ ਧਨ ਜਾਂ ਉਹਨਾਂ ਦੇ ਉਪਦੇਸ਼ ਨੂੰ ਦ੍ਰਿੜ ਕਰਕੇ ਰਾਮ ਜੀ ਨੇ ਕਮਾਇਆ। ਸੰਤ ਬਾਬਾ ਰਾਮ ਸਿੰਘ ਜੀ ਨੇ, ਉਹਨਾਂ ਨੇ ਕਮਾਇਆ। ਤੁਸੀਂ ਸਾਰੇ ਦੇਖਦੇ ਸੀ, ਅਸੀਂ ਵੀ ਦੇਖਦੇ ਸੀ ਕਿ ਉਹ ਬਾਬਾ ਈਸਰ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਪ੍ਰੇਮ ਨਾਲ, ਤੇ ਸਤਿਗੁਰੂ ਜੀ ਕਹਿੰਦੇ ਨੇ, ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਮਤਿ ਦਾ ਸੰਦੇਸ਼ ਹੀ ਇਹ ਹੈ ਕਿ ਜਿਹੜਾ ਪ੍ਰੇਮ ਕਰਨਾ ਹੈ, ਜਿਹੜੇ ਆਪਣੇ ਨੇ, ਇਹਨਾਂ ਨੂੰ ਪ੍ਰੇਮ ਕਰਨਾ ਸੌਖਾ ਹੈ, ਆਪਾਂ ਜਾਣਦੇ ਹਾਂ। ਪਰ ਜਿਹਨੂੰ ਜਾਣਦੇ ਨਹੀਂ, ਉਹ ਪਤਾ ਨਹੀਂ ਉਹ ਕਰੇਗਾ ਕਿ ਆਪਣਾ ਸਵਾਰਥ ਲਏਗਾ। ਇਸ ਕਰਕੇ ਗੁਰਮਤਿ ਦਾ ਸੰਦੇਸ਼ ਹੈ, ਜਿਹੜੇ ਆਪਣੇ ਨੇ ਉਹਨਾਂ ਦੇ ਨਾਲ ਪ੍ਰੇਮ ਸੇਵਾ ਉਹਨਾਂ ਦੀ ਕਰਨੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਸੀ, ਤੇ ਪ੍ਰੇਮ ਦਾ ਇੱਕ ਬੇਸ ਹੈ। ਦੋ ਬੰਦਿਆਂ ਦਾ ਆਪਸ ਵਿੱਚ ਪ੍ਰੇਮ ਹੋਵੇ ਤੇ ਪ੍ਰੇਮ ਤਾਂ ਨਿਭਦਾ ਹੈ ਕਿ ਪ੍ਰੇਮੀ ਦਾ ਕੀਤਾ ਹੋਇਆ ਕੰਮ, ਪ੍ਰੇਮੀ ਦਾ ਕੀਤਾ ਹੋਇਆ ਵਿਹਾਰ ਪ੍ਰੇਮੀ ਨੂੰ ਚੰਗਾ ਲੱਗੇ। ਜੇਕਰ ਪ੍ਰੇਮੀ ਦੇ ਕੀਤੇ ਹੋਏ ਵਿਹਾਰ ਵਿੱਚ ਕਿੰਤੂ ਸ਼ੰਕਾ ਪਰੰਤੂ ਆ ਜਾਵੇ, ਤੇ ਜਿਹੜਾ ਪ੍ਰੇਮ ਹੁੰਦਾ ਹੈ ਉਹ ਫਿੱਕਾ ਪੈ ਜਾਂਦਾ ਹੈ। ਪ੍ਰੇਮ ਦਾ ਬੇਸ ਹੀ ਇਹ ਹੈ ਕਿ ਪ੍ਰੇਮੀ ਦਾ ਕੀਤਾ ਹੋਇਆ ਵਿਹਾਰ ਪ੍ਰੇਮੀ ਨੂੰ ਚੰਗਾ ਲੱਗੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਨੂੰ ਪ੍ਰੇਮ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰ ਕੇ ਪਰਮਾਤਮਾ ਦੇ ਬਚਨਾਂ ਨੂੰ ਮੰਨਿਆ, ਖਾਲਸਾ ਪ੍ਰਗਟ ਕੀਤਾ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਤ। ਪ੍ਰਗਟ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਪਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਮੁਬਾਰਕ ਕਲਮ ਦੇ ਨਾਲ ਫਰਮਾਨ ਕਰਦੇ ਨੇ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਤ। ਕਿਸ ਤਰ੍ਹਾਂ? ਜਿਹੜਾ ਮਨੁੱਖ ਹੈ ਇਹ ਪਰਮਾਤਮਾ ਨੇ ਬਣਾਇਆ। ਜਿਹੜੀ ਦਾੜੀ ਹੈ, ਕੇਸ ਨੇ, ਇਹ ਪਰਮਾਤਮਾ ਨੇ ਦਿੱਤੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਦਿੱਤੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਨਹੀਂ ਦਿੱਤੇ, ਇਹ ਉਹਨਾਂ ਤੋਂ ਪਹਿਲਾਂ ਹੀ ਦਿੱਤੇ ਸਨ। ਦਿੱਤੇ ਹੋਏ ਨੇ, ਅੱਜ ਵੀ ਦਿੱਤੇ ਜਾ ਰਹੇ ਨੇ। ਪਰ ਜਿਹੜੇ ਪਰਮਾਤਮਾ ਨੂੰ ਪ੍ਰੇਮ ਨਹੀਂ ਕਰਦੇ, ਆਪਣੇ ਵਿਚਾਰ ਨੂੰ ਦ੍ਰਿੜਤਾ ਕਰਾਉਂਦੇ ਨੇ, ਉਹਨਾਂ ਨੇ ਇਹਨਾਂ ਦੇ ਕਈ ਰੂਪ ਬਦਲੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੇ ਕੀਤੇ ਨੂੰ ਹੋਰ ਸ਼ਿੰਗਾਰਿਆ। ਜੋ ਰੂਪ ਪਰਮਾਤਮਾ ਨੇ ਦਿੱਤਾ, ਉਸ ਨੂੰ ਹੋਰ ਸ਼ਿੰਗਾਰਿਆ ਤੇ ਨਾਲ ਬਚਨ ਕੀਤੇ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਜਿਹੜਾ ਪਰਮਾਤਮਾ ਦੇ ਕੀਤੇ ਨੂੰ ਬਦਲਦਾ ਹੈ, ਉਹਨੂੰ ਬਦਲਣ ਦਾ ਯਤਨ ਕਰਦਾ ਹੈ, ਉਹ ਪਰਮਾਤਮਾ ਦੀ ਰਿਜ਼ਾ ਵਿੱਚ, ਪਰਮਾਤਮਾ ਦੇ ਹੁਕਮ ਵਿੱਚ ਨਹੀਂ।
ਤੇ ਪ੍ਰਗਟ ਕਿਸ ਚੀਜ਼ ਨੂੰ ਕਰਨਾ ਹੁੰਦਾ ਹੈ? ਜਿਹੜੀ ਚੀਜ਼ ਦੇ ਉੱਤੇ ਸਮੇਂ ਦਾ ਗਰਦਸ਼ ਦੇ ਨਾਲ ਪਰਦਾ ਪੈ ਜਾਏ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸਿੱਖ ਬਣਾਇਆ ਨਹੀਂ, ਉਸ ਨੂੰ ਸਵਾਰ ਕੇ ਸਜਾ ਦਿੱਤਾ। ਕਹਿਣ ਤੋਂ ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਉਹਨਾਂ ਨਾਲ ਪ੍ਰੇਮ ਕੀਤਾ ਤੇ ਪਰਮਾਤਮਾ ਨੇ ਕੀ ਕਿਹਾ? ਮੈਂ ਆਪਣਾ ਸੁਤ ਤੋਹੇ ਨਵਾਜਾ। ਪਰਮਾਤਮਾ ਨੇ ਉਹਨਾਂ ਨੂੰ ਮਾਣ ਦਿੱਤਾ ਕਿ ਮੈਂ ਤੁਹਾਨੂੰ ਆਪਣਾ ਪੁੱਤਰ ਪ੍ਰਵਾਨ ਕਰਦਾ ਹਾਂ। ਕਹਿਣ ਤੋਂ ਭਾਵ ਕਿ ਗੁਰਮਤ ਦਾ ਜੋ ਮੂਲ ਸੰਦੇਸ਼ ਹੈ ਉਹ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਦੇ ਵਿੱਚੋਂ ਪ੍ਰਗਟ ਹੋਇਆ, ਪ੍ਰਾਪਤ ਹੋਇਆ ਜੋ ਗਿਆਨ ਹੈ ਉਹ ਰਸਮਈ ਹੈ। ਤੇ ਜੇਕਰ ਗਿਆਨ ਖੁਸ਼ਕ ਵੇਦਾਂਤਾਂ ਦੇ ਵਿੱਚੋਂ ਜਾਂ ਹੋਰ ਪੜ੍ਹ ਕੇ ਮਿਲਦਾ, ਜਿਸ ਤਰ੍ਹਾਂ ਸਕੂਲ ਦੀ ਪੜ੍ਹਾਈ ਕਰਕੇ ਆਪਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਸਮਝ ਪ੍ਰਾਪਤ ਹੁੰਦੀ ਹੈ, ਪਰ ਸਕੂਲ ਦੀ ਪੜ੍ਹਾਈ ਦੇ ਨਾਲ ਪੜ੍ਹ ਕੇ ਸਤਿਗੁਰੂ ਜੀ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਜਿਹੜੀ ਸਕੂਲੀ ਪੜ੍ਹਾਈ ਹੈ ਇਹਦੇ ਨਾਲ ਪੜ੍ਹ ਕੇ ਕਿਸੇ ਨੂੰ ਸੰਤੋਖ ਨਹੀਂ ਆਉਂਦਾ, ਬਲਕਿ ਹੋਰ ਲਾਲਚ ਪੈਦਾ ਹੋ ਜਾਂਦਾ ਹੈ, ਹੋਰ ਉਤਾਂਗ ਪੈਦੀ ਹੋ ਜਾਂਦੀ ਕਿ ਮੈਂ ਵੱਡਾ ਬਣ ਜਾ, ਜਾਂ ਹੰਕਾਰ ਪੈਦਾ ਹੋ ਜਾਂਦਾ। ਪਰ ਗੁਰਮਤਿ ਦੀ ਜਿਹੜੀ ਪੜ੍ਹਾਈ ਹੈ, ਜਿਹੜਾ ਪਰਮਾਤਮਾ ਦੀ ਬੰਦਗੀ ਪ੍ਰੇਮਾ ਭਗਤੀ ਵਿੱਚ ਕਰਦਿਆਂ ਕਰਦਿਆਂ ਜੋ ਗਿਆਨ, ਜੋ ਸਮਝ, ਜਦੋਂ ਗੁਰਬਾਣੀ ਅੰਦਰ ਮਨ ਦੇ ਵਿੱਚ, ਬੁੱਧ ਵਿੱਚ ਬੈਠ ਜਾਂਦੀ ਹੈ ਤੇ ਜੋ ਉਹਦੇ ਤੋਂ ਸਮਝ ਪ੍ਰਾਪਤ ਹੁੰਦੀ ਹੈ, ਉਹ ਗਿਆਨ ਪ੍ਰਾਪਤ ਹੁੰਦਾ ਹੈ ਕੰਮ ਕਰਨ ਦਾ, ਵਿਹਾਰ ਕਰਨ ਦਾ। ਉਹ ਨਿਰਮਲ ਗਿਆਨ ਹੈ, ਉਹਦੇ ਨਾਲ ਹੰਕਾਰ ਪੈਦਾ ਨਹੀਂ ਹੁੰਦਾ। ਇਸ ਕਰਕੇ ਗੁਰਮਤਿ ਦੇ ਵਿੱਚ ਪ੍ਰੇਮਾ ਭਗਤੀ ਦਾ ਸੰਦੇਸ਼ ਹੈ। ਤੇ ਸਤਿਗੁਰਾਂ ਨੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ ਇਹ ਜਿਹੜੀ ਅਧਿਆਤਮਕ ਵਿਦਿਆ ਹੈ ਇਹ ਬਾਹਰੋਂ ਗ੍ਰੰਥਾਂ ਤੋਂ ਪੜ੍ਹ ਕੇ ਨਹੀਂ ਆ ਸਕਦੀ। ਗ੍ਰੰਥਾਂ ਨੂੰ ਪੜ੍ਹ ਕੇ ਜੇ ਕੋਈ ਪ੍ਰਾਪਤ ਕਰਨਾ ਚਾਹੇਗਾ ਤੇ ਉਹਨਾਂ ਨੂੰ ਆਪਣੀ ਬੁੱਧ ਦੇ ਨਾਲ ਸਮਝੇਗਾ। ਪਰ ਜਦੋਂ ਕਿਸੇ ਮਹਾਂਪੁਰਸ਼ ਦੇ ਚਰਨਾਂ ਵਿੱਚ ਰਹਿ ਕੇ, ਕਿਉਂਕਿ ਪਰਮਾਤਮਾ ਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ, ਤੇ ਉਸ ਨੂੰ ਅਨੁਭਵ ਕਰਨਾ ਇਹ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਹੀ ਹੋ ਸਕਦਾ ਹੈ। ਇਸ ਕਰਕੇ ਮਹਾਂਪੁਰਸ਼ਾਂ ਨੇ ਪਹਿਲਾਂ ਆਪਣੇ ਆਪ ਨੂੰ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰੱਖਿਆ, ਤੇ ਜਦੋਂ ਉਹ ਗੱਲ ਪ੍ਰਾਪਤ ਹੋ ਗਈ ਤੇ ਉਸ ਨੂੰ ਸੰਸਾਰ ਦੇ ਵਿੱਚ ਵੰਡਣ ਵਾਸਤੇ ਸੰਗਤ ਕਰਾਉਣ ਲਈ ਦ੍ਰਿੜਤਾ ਕੀਤੀ। ਇਹ ਗੁਰਮਤਿ ਦਾ ਸੰਦੇਸ਼ ਹੈ। ਤੇ ਅੱਜ ਜੋ ਪਾਵਨ ਬਚਨ ਅਖੰਡ ਪਾਠਾਂ ਦੀਆਂ ਜੋ ਲੜੀਆਂ ਚੱਲ ਰਹੀਆਂ ਸਨ, ਉਹਨਾਂ ਦੀ ਸੰਪੂਰਨਤਾ ਤੋਂ ਬਾਅਦ ਜੋ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਥੋੜ੍ਹੀ ਉਸ ਦੀ ਤੁਸ਼ ਬੁੱਧੀ ਅਨੁਸਾਰ ਵਿਚਾਰ ਕਰਨ ਦੇ ਯਤਨ ਕਰਾਂਗੇ। ਹੁਣ ਸੰਤ ਸਵਰਨ ਸਿੰਘ ਜੀ ਜੋ ਪਾਵਨ ਬਚਨ ਹੋਏ ਨੇ ਉਹਨਾਂ ਨੂੰ ਇੱਕ ਵਾਰ ਸਰਵਣ ਕਰਵਾਉਣਗੇ, ਫਿਰ ਪੰਕਤੀ ਪੰਕਤੀ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਕਰਾਂਗੇ। ਹੁਣ ਸੰਤ ਸਵਰਨ ਸਿੰਘ ਜੀ। ਤਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ ਰਹਾ। ਕੋਟ ਪਰਾਧ ਹਮਾਰੇ ਖੰਡ, ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੇ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਇਹ ਪਾਵਨ ਬਚਨ ਸ਼ਹੀਦਾਂ ਦੇ ਸਰਤਾਜ ਸੋਢੀ ਸੁਲਤਾਨ ਦੁੱਖ ਸੁੱਖ ਵਿੱਚ ਇੱਕ ਰਸ ਰਹਿਣ ਵਾਲੇ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਧਨਾਸਰੀ ਰਾਗ ਵਿੱਚ ਆਪਣੀ ਰਸਨਾ ਤੋਂ ਉਚਾਰਨ ਕੀਤੇ ਹਨ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਗੁਰਮੁਖੋ, जो उपदेश है, जो बाणी है, ये चार किस्म ਦੀ ਹੁੰਦੀ ਹੈ। ਇੱਕ ਬਾਣੀ ਜੋ ਆਪਾਂ ਆਪਸ ਵਿੱਚ ਵਿਹਾਰ ਕਰਦੇ ਹਾਂ, ਬੋਲਦੇ ਹਾਂ, ਇਹ ਵੀ ਬਾਣੀ ਕਹਾਉਂਦੀ ਹੈ। ਤੇ ਦੂਸਰੀ ਬਾਣੀ ਸ਼ਿਸ਼ ਮੁਖ ਹੁੰਦੀ ਹੈ। ਸ਼ਿਸ਼ ਦੇ ਆਮ ਮਨੁੱਖ ਦੇ ਮਨ ਵਿੱਚ ਸੰਸ਼ੇ ਭਰਮ ਪੈਦਾ ਹੁੰਦੇ ਨੇ, ਤੇ ਜਦੋਂ ਉਹ ਆਪਣੇ ਭਰਮ ਨੂੰ ਦੂਰ ਕਰਨ ਵਾਸਤੇ ਸੰਤ ਨੂੰ, ਗੁਰੂ ਨੂੰ, ਮੁਰਸ਼ਿਦ ਨੂੰ ਆਪਣਾ ਸ਼ੰਕਾ ਦੂਰ ਕਰਨ ਲਈ ਬੋਲਦਾ ਹੈ ਤੇ ਉਸ ਨੂੰ ਸ਼ਿਸ਼ ਮੁਖ ਬਾਣੀ ਕਿਹਾ ਜਾਂਦਾ ਹੈ। ਜਿਹੜੀ ਤੀਸਰੀ ਬਾਣੀ ਹੈ ਉਹ ਗੁਰੂ ਮੁਖ ਹੁੰਦੀ ਹੈ। ਜੋ ਗੁਰੂ ਸ਼ਿਸ਼ ਦੇ ਸੰਕਿਆਂ ਨੂੰ, ਉਹਦੇ ਜਿਹੜੇ ਕੁਐਸਚਨ ਹੁੰਦੇ ਨੇ, ਉਹਦੇ ਸਵਾਲਾਂ ਨੂੰ ਦੂਰ ਕਰਨ ਵਾਸਤੇ ਵਿਵੇਕ ਬੁੱਧ ਦੇ ਨਾਲ ਉਹਦੇ ਜਿਹੜੇ ਸੰਸ਼ੇ ਭਰਮ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਬੋਲਦਾ ਹੈ ਤੇ ਉਸ ਨੂੰ ਗੁਰੂ ਬਾਣੀ ਕਹਿੰਦੇ ਨੇ। ਤੇ ਜਿਹੜੀ ਚੌਥੀ ਬਾਣੀ ਹੈ ਉਹ ਬਾਣੀ ਵੀ ਗੁਰੂ ਮੁਖ ਹੀ ਹੁੰਦੀ ਹੈ, ਪਰ ਉਹ ਕੇਵਲ ਤੇ ਕੇਵਲ ਪਰਮਾਤਮਾ ਦੀ ਉਪਮਾ ਵਿੱਚ, ਪਰਮਾਤਮਾ ਦੀ ਮਹਿਮਾ ਵਿੱਚ, ਪਰਮਾਤਮਾ ਦੇ ਸੰਬੰਧ ਵਿੱਚ ਹੁੰਦੀ ਹੈ। ਉਸ ਨੂੰ ਵੀ ਗੁਰੂ ਬਾਣੀ ਕਿਹਾ ਜਾਂਦਾ। ਤੇ ਜਦੋਂ ਕਿਸੇ ਗੁਰਸਿੱਖ ਨੂੰ ਜਾਂ ਜਿੱਦਾਂ ਮਾਸਟਰ ਨੇ ਵਿਦਿਆਰਥੀਆਂ ਨੂੰ ਕੁਝ ਪੜ੍ਹਾਉਣਾ ਹੁੰਦਾ ਹੈ ਤੇ ਉਹ ਪਹਿਲਾਂ ਆਪ ਉਹ ਗੱਲ ਬੋਲਦਾ ਹੈ। ਇਹ ਜਿਹੜੀ ਬਾਣੀ ਹੈ, ਇੱਕ ਦਿਨ ਗੁਰਮੁਖ ਪਿਆਰੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਸ ਬੈਠੇ ਸਨ ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ। ਤੇ ਸਤਿਗੁਰੂ ਕਹਿਣ ਲੱਗੇ ਕਿ ਆਪਾਂ ਪਰਮਾਤਮਾ ਨੂੰ ਪਾਉਣ ਵਾਸਤੇ ਪਰਮਾਤਮਾ ਦੀ ਮਹਿਮਾ, ਪਰਮਾਤਮਾ ਦੀ ਉਪਮਾ, ਉਸ ਦੇ ਗੁਣ ਹੀ ਗਾਉਣੇ ਹਨ। ਤੇ ਗੁਰਸਿੱਖ ਕਹਿਣ ਲੱਗੇ ਕਿ ਕਿਸ ਤਰ੍ਹਾਂ ਗੁਣ ਗਾਏ ਜਾ ਸਕਦੇ ਨੇ, ਸਾਨੂੰ ਉਹਦਾ ਢੰਗ ਦੱਸੋ। ਤੇ ਇਹ ਪਾਵਨ ਬਚਨ ਜੋ ਨੇ ਇਹ ਸਤਿਗੁਰਾਂ ਨੇ ਸ਼ਿਸ਼ ਮੁਖ ਹੋ ਕੇ ਉਚਾਰਨ ਕੀਤੇ ਨੇ। ਤੇ ਉਹਦੇ ਵਿੱਚ ਬਿਆਨ ਕੀ ਕੀਤਾ ਹੈ? ਤੁਮ ਦਾਤੇ, ਤੁਸੀਂ ਦਾਤੇ ਹੋ। ਦਾਤਾ ਜੋ ਦਿੰਦਾ ਹੈ, ਜੋ ਕਿਸੇ ਨੂੰ ਦਿੰਦਾ ਹੈ ਉਹ ਦਾਤਾ ਕਹਿਲਾਉਂਦਾ ਹੈ। ਦਾਤੇ ਚਾਰ ਕਿਸਮ ਦੇ ਨੇ। ਸਤਿਆਂ ਮਨ ਸੰਤੋਖ ਉਪਜੈ, ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇਸ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਦਾਤਿਆਂ ਦਾ ਜ਼ਿਕਰ ਕੀਤਾ ਹੈ ਕਿ ਦਾਤੇ ਜਿਹੜੇ ਨੇ ਉਹ ਚਾਰ ਕਿਸਮ ਦੇ ਹੁੰਦੇ ਨੇ। ਇੱਕ ਤਾਂ ਉਹ ਦਾਤੇ ਹੁੰਦੇ ਨੇ ਜਿਹੜੇ ਦਾਨ ਦੇ ਕੇ ਤੇ ਉਸ ਦੇ ਬਦਲੇ ਦੇ ਵਿੱਚ ਜ਼ਿਆਦਾ ਦਾਨ ਮੰਗਦੇ ਨੇ। ਗੁਰਦੁਆਰੇ ਅਰਦਾਸ ਕਰਾਈ ਜਾਂ ਮੰਦਰ ਵਿੱਚ ਪੰਡਤ ਕੋ ਅਰਦਾਸ ਕਰਾਈ ਤੇ ਉਸ ਦੇ ਪਿੱਛੇ ਕੋਈ ਨਾ ਕੋਈ ਮਨੋਰਥ, ਕੋਈ ਨਾ ਕੋਈ ਕਾਮਨਾ ਰੱਖ ਲਈ। ਜਿਸ ਤਰ੍ਹਾਂ ਕਹਾਵਤ ਹੈ, ਢੇਲੀ ਦੇ ਕੇ ਤੇ ਹਵੇਲੀ ਮੰਗ ਲੈਣੀ। ਦਾਨ ਕਰਨਾ ਸੰਡਾ, ਦਾਨ ਕਰਨਾ ਗੰਢਾ ਤੇ ਮੰਗ ਲੈਣਾ ਸੰਡਾ। ਕਹਿਣ ਦਾ ਭਾਵ ਕਿ ਥੋੜਾ ਜਿਹਾ ਦਾਨ ਦੇ ਕੇ ਤੇ ਬਹੁਤ ਜ਼ਿਆਦਾ ਮੰਗ ਲੈਣਾ। ਅਹਰਨ ਕੀ ਚੋਰੀ ਕਰੇ, ਸੂਈ ਕਾ ਕਰੇ ਦਾਨ, ਕੋਠੇ ਚੜ੍ਹ ਕੇ ਦੇਖਦਾ ਕਬ ਉਤਰੇ ਬੇਬਾਨ। ਕਿ ਜਿਹੜਾ ਕਰਮ ਕਰਨੇ ਉਹ ਤੇ ਗਲਤ ਕਰਨੇ ਤੇ ਦਾਨ ਕਰਨਾ ਬਹੁਤ ਥੋੜਾ ਜਿਹਾ, ਅਹਰਨ ਬਹੁਤ ਜ਼ਿਆਦਾ ਲੋਹਾ ਵੱਡਾ ਸਾਰਾ, ਉਹਦੀ ਚੋਰੀ ਕਰਨੀ ਤੇ ਸੂਈ ਜਿੰਨਾ ਦਾਨ ਕਰਕੇ ਉਹਦੇ ਪਰਥਾਏ ਮੰਗਣਾ ਕਿ ਹੁਣ ਮੈਨੂੰ ਸਵਰਗ ਵਿੱਚ ਮਿਲੇਗਾ, ਜੋ ਕਿ ਨਹੀਂ ਹੋ ਸਕਦਾ। ਪਹਿਲੀ ਕਿਸਮ ਦੇ ਦਾਤੇ ਉਹ ਨੇ ਜਿਹੜੇ ਦਾਨ ਦੇ ਕੇ ਤੇ ਜ਼ਿਆਦਾ ਮੰਗਦੇ ਨੇ, ਤੇ ਦੂਸਰੀ ਕਿਸਮ ਦੇ ਉਹ ਨੇ ਜਿਹੜੇ ਸੋਭਾ ਚਾਹੁੰਦੇ ਨੇ। ਸੰਗਤ ਦੇ ਵਿੱਚ ਦਾਨ ਦੇ ਕੇ ਤੇ ਉਹਦੇ ਜੈਕਾਰੇ ਛਡਵਾਉਣੇ, ਉਹ ਵੀ ਦਾਤੇ ਕਹਾਉਂਦੇ ਨੇ।
ਪਰ ਇਹ ਜਿਹੜੇ ਦਾਤੇ ਸੰਸਾਰ ਹੀ ਮੰਗਦੇ ਨੇ ਉਹਨਾਂ ਦਾ ਬਹੁਤ ਮਹੱਤਵ ਨਹੀਂ ਹੈ, ਉਹ ਸੰਸਾਰ ਵਿੱਚ ਹੀ ਰਹਿ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ। ਜਿਹੜੇ ਸੰਸਾਰ ਦੇ ਵਿੱਚ ਉੱਤਮ ਦਾਤੇ ਨੇ ਉਹ ਇਹ ਸੋਚ ਕੇ ਦਾਨ ਕਰਦੇ ਨੇ ਕਿ ਮੈਨੂੰ ਪਰਮਾਤਮਾ ਨੇ ਦਿੱਤਾ ਹੈ, ਮੇਰੇ ਕੋਲ ਬਹੁਤ ਹੈ ਤੇ ਮੈਂ ਇਹਨੂੰ ਵੰਡ ਕੇ ਖਾਵਾਂ। ਦਾਨ ਕਰਨ ਦੀ ਵਿਰਤੀ, ਦਇਆ ਕਰਨ ਦੀ ਵਿਰਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਨੂੰ ਮਜਬੂਰ ਦੇਖੀਏ। ਇਹ ਚਾਰੇ ਕਿਸਮ ਦੇ ਦਾਤੇ ਦਾਨ ਕਰਦੇ ਨੇ ਪਰ ਅਲੱਗ-ਅਲੱਗ ਨੇ। ਜਿਹੜੇ ਸਤੀਆਂ ਵਾਲੇ ਨੇ ਉਹ ਸ੍ਰੇਸ਼ਟ ਦਾਨ ਕਰਦੇ ਨੇ ਕਿ ਸਾਨੂੰ ਪਰਮਾਤਮਾ ਨੇ ਦਿੱਤਾ ਹੈ। ਪਰ ਜਿਸ ਦਾਤੇ ਦੀ ਗੱਲ ਸਤਿਗੁਰੂ ਅਰਜਨ ਪਾਤਸ਼ਾਹ ਜੀ ਕਰਦੇ ਨੇ ਉਹ ਇਹਨਾਂ ਚਾਰਾਂ ਤੋਂ ਹੀ ਵੱਖਰਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਪਾਵਨ ਕਲਮ ਦੇ ਨਾਲ ਬਿਆਨ ਕਰਦੇ ਨੇ, ਸੇਵ ਕਰੋ ਕਰੁਣਾ ਨਿਧ ਕੀ, ਜਹ ਸੇਵ ਚਾਰ ਪਦਾਰਥ ਪਾਈਏ। ਕਰੁਣਾ ਜਿਹੜਾ ਬਗੈਰ ਕਿਸੇ ਕਾਰਨ ਤੋਂ ਦਾਨ ਕਰਦਾ ਹੈ। ਕੋਈ ਦਾਨ ਕਰਦਾ ਹੈ ਕਿਸੇ ਨੂੰ ਗਰੀਬ ਦੇਖ ਕੇ, ਮਜਬੂਰ ਦੇਖ ਕੇ, ਪਰ ਜਿਹੜਾ ਪਰਮਾਤਮਾ ਹੈ ਉਹ ਸਾਰੇ ਜੀਵਾਂ ਨੂੰ ਦਾਨ ਕਰਦਾ ਹੈ। ਪਰ ਪਰਮਾਤਮਾ ਨਾ ਤਾਂ ਕਿਸੇ ਦੀ ਮਜਬੂਰੀ ਦੇਖਦਾ ਹੈ, ਉਹਦਾ ਸੁਭਾਅ ਹੈ ਦਾਨ ਕਰਨ ਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦਾਤਾ ਹੈ ਉਹ ਕਰੁਣਾ ਨਿਧ ਦਇਆ ਦਾ ਭੰਡਾਰ ਹੈ, ਉਹਦੀ ਦਇਆ ਕਦੇ ਖਤਮ ਨਹੀਂ ਹੁੰਦੀ। ਤੁਮ ਦਾਤੇ ਠਾਕਰ ਪਰਮਾਤਮਾ, ਤੁਮ ਦਾਤੇ ਠਾਕਰ ਪ੍ਰਤਪਾਲਕ। ਪ੍ਰਤਪਾਲਣਾ ਕਰਨ ਵਾਲੇ ਜਿੱਦਾਂ ਮਾਤਾ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਕਰਦਾ ਹੈ ਤੇ ਜਦੋਂ ਕਿਸੇ ਬੱਚੇ ਨੂੰ ਦੁੱਖ ਸੁੱਖ ਹੁੰਦਾ ਹੈ ਤੇ ਮਾਤਾ ਆਪਣੀ ਨੀਂਦ ਦਾ ਤਿਆਗ ਕਰ ਦਿੰਦੀ ਹੈ, ਹਰ ਟਾਈਮ ਉਹਦਾ ਖਿਆਲ ਰੱਖਦੀ ਹੈ। ਕਹਿਣ ਤੋਂ ਭਾਵ ਜਿਹੜਾ ਪਰਮਾਤਮਾ ਹੈ ਉਹ ਵੀ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ ਹੈ। ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਾਇਕ ਕਹਿੰਦੇ ਨੇ ਆਗੂ ਨੂੰ, ਤੇ ਪਰਮਾਤਮਾ ਹੀ ਗੁਰੂ ਰੂਪ ਵਿੱਚ, ਸੰਤ ਰੂਪ ਵਿੱਚ, ਉਪਦੇਸ਼ਕ ਰੂਪ ਵਿੱਚ ਹੋ ਕੇ ਤੇ ਗਾਈਡ ਕਰਦਾ ਹੈ ਕਿ ਤੁਸੀਂ ਆਹ ਕਰੋ। ਇਹ ਜਿਹੜਾ ਸਾਰਾ ਕੰਮ ਹੈ ਇਹ ਪਰਮਾਤਮਾ ਆਪ ਹੀ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਪਰਮਾਤਮਾ ਦੀ ਮਹਿਮਾ ਵਿੱਚ ਕਥਨ ਕਰਦੇ ਨੇ, ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਿਕ ਤੁਮਰੇ ਧਾਰੇ। ਨਿਮਖ ਕਹਿੰਦੇ ਨੇ ਅੱਖ ਦੇ ਝਮਕਣ ਜਿੰਨਾ ਟਾਈਮ, ਬਹੁਤ ਥੋੜਾ ਟਾਈਮ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਜਿਸ ਤਰ੍ਹਾਂ ਮਾਂ ਬੱਚੇ ਦੀ ਪ੍ਰਤਪਾਲਨਾ ਕਰਦੀ ਹੈ, ਹਰ ਸਮੇਂ ਭਾਵੇਂ ਵਿਹਾਰ ਕਰਦੀ ਹੋਵੇ ਤੇ ਬੱਚੇ ਦੀ ਮਾੜੀ ਜੀ ਆਵਾਜ਼ ਸੁਣੇ ਤੇ ਸਾਰੇ ਕੰਮ ਛੱਡ ਕੇ ਉਹਦੀ ਪਾਲਣਾ ਕਰਨ ਵਾਸਤੇ ਜਾਂਦੀ ਹੈ। ਤੇ ਇਸੇ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਜਦੋਂ ਉਹਨਾਂ ਤੇ ਭੀੜ ਆਉਂਦੀ ਹੈ ਤੇ ਉਹ ਸਾਰਾ ਵਿਹਾਰ ਛੱਡ ਕੇ ਪਰਮਾਤਮਾ ਆਪਣੇ ਭਗਤਾਂ ਦੀ ਪਾਲਣਾ ਕਰਦਾ ਹੈ। ਜਿਹਵਾ ਏਕ ਕਵਨ ਗੁਣ ਕਹੀਐ, ਏ ਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ ਰਹਾ। ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਜੀਵ ਦੀ ਮਜਬੂਰੀ ਜ਼ਾਹਰ ਕਰਦੇ ਨੇ ਕਿ ਜਿਸ ਜੀਵ ਨੇ ਪਰਮਾਤਮਾ ਦੀ ਉਪਮਾ ਕਰਨੀ ਹੈ ਉਹਦੀ ਜੀਵਾ ਜ਼ੁਬਾਨ ਤਾਂ ਇੱਕ ਹੈ, ਇੱਕ ਜ਼ੁਬਾਨ ਦੇ ਨਾਲ ਉਹ ਕਿਤਨੀ ਕੁ ਉਪਮਾ ਕਰ ਸਕਦਾ ਹੈ, ਕਿਉਂਕਿ ਪਰਮਾਤਮਾ ਦੀ ਮਹਿਮਾ, ਪਰਮਾਤਮਾ ਦੇ ਗੁਣ ਬੇਅੰਤ ਨੇ, ਉਹਨਾਂ ਦਾ ਕੋਈ ਅੰਤ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਬੇਨਤੀ ਕਰਨ ਦਾ ਢੰਗ ਦੱਸਦੇ ਨੇ ਕਿ ਆਪਣੀ ਨਿਰਬਲਤਾ ਨੂੰ ਜ਼ਾਹਰ ਕਰਨਾ। ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰਾ ਅੰਤ ਨਾ ਕਿਨਹੀ ਲਈਏ। ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮਾਤਮਾ ਤੇਰੀ ਮਹਿਮਾ, ਤੇਰੇ ਗੁਣ, ਤੇਰੀ ਬੇਅੰਤਤਾ ਇਤਨੀ ਮਹਾਨ ਹੈ ਕਿ ਜਿਹੜਾ ਸ਼ੇਸ਼ ਨਾਗ ਹੈ ਉਹਦੀਆਂ ਹਜ਼ਾਰਾਂ ਜੇਬਾਂ ਦੇ ਨਾਲ ਵੀ ਉਹ ਪਰਮਾਤਮਾ ਦਾ ਨਾਮ ਉਪਮਾ ਨਹੀਂ ਕਰ ਸਕਦਾ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ, ਮਹਾਂਪੁਰਸ਼ਾਂ ਨੇ ਬਹੁਤ ਥਾਈਂ ਬਿਆਨ ਕੀਤਾ ਕਿ ਸਾਤ ਸਮੁੰਦ ਕਲਮ ਕਰੋ ਬਨਰਾਏ, ਮਤਲਬ ਸਾਰੀ ਜਿੰਨੀ ਬਨਸਪਤੀ ਹੈ ਉਹਦੀਆਂ ਕਲਮਾਂ ਬਣਾ ਲਈਆਂ ਜਾਣ ਤੇ ਜਿਹੜਾ ਸਮੁੰਦਰ ਹੈ, ਸੱਤ ਸਮੁੰਦਰ, ਉਹਦੀ ਸ਼ਾਹੀ ਬਣਾ ਲਈ ਜਾਏ ਤੇ ਪਰਮਾਤਮਾ ਦੀ ਉਪਮਾ ਨਹੀਂ ਕੀਤੀ ਜਾ ਸਕਦੀ।
कोट पराध हमारे खंड अनक विधि समझाओ। ਤੇ ਇਹ ਬੇਨਤੀ ਹੈ ਕਿ ਪਰਮਾਤਮਾ ਸਾਡੇ ਅਵਗੁਣਾਂ ਨੂੰ, ਸਾਡੇ ਅਪਰਾਧਾਂ ਨੂੰ ਨਾ ਚਿਤਾਰੀ। ਪਰਮਾਤਮਾ ਕਿਸੇ ਦੇ ਔਗਣ, ਗੁਰੂ ਕਿਸੇ ਦੇ ਔਗਣ ਨਹੀਂ ਦੇਖਦਾ, ਪਰ ਜਦੋਂ ਉਹਦੇ ਵਿੱਚ ਕਪਟ ਦੇਖਦਾ ਹੈ, ਜੇ ਕੋਈ ਨਿਰਬਲ ਹੋ ਕੇ, ਨਿਰਮਾਣ ਹੋ ਕੇ ਅਰਦਾਸ ਬੇਨਤੀ ਕਰਦਾ ਹੈ, ਉਹਦੀ ਪਰਮਾਤਮਾ ਬੇਨਤੀ ਸਰਵਣ ਕਰਦਾ ਹੈ। ਜਿਸ ਤਰ੍ਹਾਂ ਰਾਤੀ ਉਹ ਢਾਡੀ ਸਿੰਘ ਜੀ ਨੇ ਪ੍ਰਸੰਗ ਸੁਣਾਇਆ ਸੀ ਕਿ ਬੱਚੇ ਨੇ ਨਿਰਛਲ ਹੋ ਕੇ, ਨਿਰਕਪਟ ਹੋ ਕੇ ਅਰਦਾਸ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਪਹੁੰਚ ਕੇ। ਕਹਿਣ ਤੋਂ ਭਾਵ ਕਿ ਜਦ ਤੱਕ ਮਨੁੱਖ ਦੇ ਮਨ ਵਿੱਚ ਕਰਤਾਪਨ ਦਾ, ਬੰਦਗੀ ਕਰਨ ਦਾ, ਕੁਛ ਸ਼ੁਭ ਗੁਣ ਕਰਨ ਦਾ ਹੰਕਾਰ ਹੁੰਦਾ ਹੈ, ਤਦ ਤੱਕ ਉਸ ਦੀ ਕੀਤੀ ਅਰਦਾਸ ਪ੍ਰਵਾਨ ਨਹੀਂ ਹੁੰਦੀ। ਪਰ ਜਦੋਂ ਉਹ ਨਿਰਛਲ ਹੋ ਕੇ, ਨਿਰਮਾਣ ਹੋ ਕੇ ਬੇਨਤੀ ਕਰਦਾ ਹੈ ਤੇ ਪਰਮਾਤਮਾ ਉਸ ਦੀ ਅਰਦਾਸ ਸੁਣ ਲੈਂਦਾ ਹੈ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਡੀ ਮਤ, ਅਸੀਂ ਅਗਿਆਨੀ ਹਾਂ, ਬੇਸਮਝ ਹਾਂ, ਪਰ ਤੁਸੀਂ ਆਪਣੀ ਕਿਰਪਾ ਕਰੋ। ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਨ ਬਿਰਦ ਰਖਾਓ। ਪਰਮਾਤਮਾ ਨੂੰ ਬੇਨਤੀ ਕਰਦੇ ਨੇ ਕਿ ਪਰਮਾਤਮਾ ਜੋ ਤੇਰਾ ਬਿਰਦ ਹੈ, ਤੇ ਪਰਮਾਤਮਾ ਦਾ ਬਿਰਦ ਕੀ ਹੈ? ਜਿਹੜਾ ਉਹਦੀ ਸ਼ਰਨ ਪੈਂਦਾ ਹੈ, ਇਹ ਬਿਰਦ ਸੁਆਮੀ ਸੰਦਾ। ਜਿਹੜਾ ਪਰਮਾਤਮਾ ਦੀ ਸ਼ਰਨ ਪੈਂਦਾ, ਪਰਮਾਤਮਾ ਉਸ ਦੀ ਰੱਖਿਆ ਕਰਦਾ ਹੈ, ਉਸ ਦੇ ਦੁੱਖ ਦੂਰ ਕਰ ਦਿੰਦਾ ਹੈ। ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਐ ਪਰਮਾਤਮਾ, ਐ ਗੁਰੂ, ਅਸੀਂ ਤੁਹਾਡੀ ਸ਼ਰਨ ਹਾਂ, ਅਸੀਂ ਤੁਹਾਡੇ ਹੀ ਆਸਰੇ ਹਾਂ, ਤੇ ਆਪ ਜੀ ਤੋਂ ਹੀ ਸਾਨੂੰ ਸਾਰੀ ਉਮੀਦ ਹੈ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ। ਸਾਡੇ ਕੇਵਲ ਤੇ ਕੇਵਲ ਕਿਸੇ ਦਾ ਕੋਈ, ਮੇਰਾ ਇੱਕ ਨਿਮਾਣੀ ਦਾ ਇੱਕੋ ਪਲ। ਕਹਿਣ ਤੋਂ ਭਾਵ ਕਿ ਪਰਮਾਤਮਾ ਨੂੰ ਜਿਹੜਾ ਮੰਨਦਾ ਹੈ ਕਿ ਮੇਰਾ ਇੱਕ ਤੂੰ ਹੀ ਹੈ, ਮੇਰਾ ਹੋਰ ਕੋਈ ਨਹੀਂ। ਕੁਝ ਲੋਕ ਸੰਸਾਰ ਦੇ ਲੋਕਾਂ ਦੇ ਕੋਲੋਂ ਉਮੀਦ ਰੱਖਦੇ ਨੇ, ਪਰ ਜਿਹੜਾ ਭਗਤ ਹੈ, ਜਿਹੜਾ ਪਰਮਾਤਮਾ ਦੀ ਸ਼ਰਨ ਪੈ ਜਾਂਦਾ ਹੈ, ਉਹ ਕੇਵਲ ਪਰਮਾਤਮਾ ਤੋਂ ਹੀ ਉਮੀਦ ਕਰਦਾ ਹੈ। ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਇਹ ਦਇਆ ਦੇ ਮਹਾਨ ਖਜ਼ਾਨੇ, ਇਹ ਦਇਆ ਨਾਲ ਭਰਪੂਰ। ਰਾਖੋ ਰਾਖਣਹਾਰ ਦਿਆਲਾ। ਪਰਮਾਤਮਾ ਦੇ ਵਿੱਚ ਜਿਹੜੀ ਦਇਆ ਹੈ ਉਹ ਬਗੈਰ ਕਿਸੇ ਕਾਰਨ ਤੋਂ ਹੈ। ਕਰੁਣਾ ਨਿਧ, ਕਿਸੇ ਕਾਰਨ ਕਰਕੇ, ਕਿਸੇ ਮਜਬੂਰੀ ਕਰਕੇ ਨਹੀਂ, ਉਸ ਦਾ ਸੁਭਾਅ ਹੈ ਦਇਆ ਦਾ। ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ, ਕਿ ਮੈਨੂੰ ਆਪਣੇ ਘਰ ਦਾ ਗੋਲਾ ਬਣਾ ਕੇ ਆਪਣੇ ਚਰਨਾਂ ਵਿੱਚ ਸਥਾਈ ਰੱਖ ਲੈ। ਤੇ ਹੁਣ ਸੰਤ ਸਵਰਨ ਸਿੰਘ ਜੀ ਇਸ ਪਾਵਨ ਹੁਕਮਨਾਮੇ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਨੂੰ ਸਮਾਪਤੀ ਕਰਾਂਗੇ। ਤੇ ਜੋ ਅਗਲਾ ਕਾਰਿਕ੍ਰਮ ਹੈ ਉਹ ਸੰਤ ਅਮਰਜੀਤ ਸਿੰਘ ਭੋਲਾ ਜੀ ਹੁਣੇ ਆਪ ਜੀ ਨੂੰ ਦਰਸਾਉਣਗੇ। ਹੁਣ ਅਖੀਰਲੀਆਂ ਪੰਕਤੀਆਂ। ਤੁਮਾਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਭਾਗਾਂ ਵਾਲੇ ਹੋ, ਇਸ ਮਹਾਨ ਗੁਰਮਤਿ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਲਵਾ ਰਹੇ ਹੋ। ਦੂਰ ਦੁਰਾਡਿਆਂ ਤੋਂ ਆ ਕੇ ਵੀ ਬਹੁਤ ਸੰਗਤਾਂ ਦਾ ਇਕੱਠ ਹੈ। ਮਨ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਤੇ ਇਸ ਮਹਾਨ ਗੁਰਮਤਿ ਸਮਾਗਮਾਂ ਦੇ ਅੰਦਰ ਮਹਾਂਪੁਰਸ਼ ਵੀ ਪਹੁੰਚੇ ਹਨ। ਗੁਨਿਆਣਾ ਮੰਡੀ ਤੋਂ ਸੰਤ ਰਣਜੀਤ ਸਿੰਘ ਜੀ ਨੇ ਆ ਕੇ ਦਰਸ਼ਨ ਦਿੱਤੇ ਹਨ। ਜੁੰਡਲੇ ਤੋਂ ਸੰਤ ਗੁਰਮੀਤ ਸਿੰਘ ਜੀ ਪਹੁੰਚੇ ਹਨ। ਜੀ ਆਇਆਂ ਨੂੰ, ਜੀ ਆਇਆਂ ਨੂੰ। ਸੰਤ ਗੁਰਮੀਤ ਸਿੰਘ ਜੀ ਕਰਨਾਲ ਤੋਂ, ਜਿਹੜੇ ਕਿ ਹਰ ਭੋਗਾਂ ਤੇ ਆਪਾਂ ਨੂੰ
ਕੀਰਤਨ ਦੁਆਰਾ ਨਿਹਾਲ ਕਰਦੇ ਹਨ। ਔਰ ਹੁਣ ਬੇਨਤੀ ਹੈ ਕਿ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਇਸ ਲਾਸਟ ਟਰਨ ਦੇ ਵਿੱਚ ਕਰਾਏ ਸਨ ਉਹਨਾਂ ਦੇ ਨਾਮ ਲਿੱਤੇ ਜਾਣਗੇ। ਬੇਨਤੀ ਹੈ ਸੰਤ ਗੁਰਮੇਜ ਸਿੰਘ ਜੀ, ਸੰਤ ਬਾਬਾ ਭੋਲਾ ਜੀ, ਬਾਬਾ ਅਮਰਜੀਤ ਜੀ, ਸੰਤ ਤਰਲੋਚਨ ਸਿੰਘ ਜੀ, ਬਾਬਾ ਅਜਮੇਰ ਸਿੰਘ ਜੀ ਉਹਨਾਂ ਸਤਸੰਗੀਆਂ ਨੂੰ ਸਰਪਾਉ ਬਖਸ਼ਿਸ਼ ਦੇਣਗੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਮਿੱਠੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਹਨ। ਸਰਦਾਰ ਸੁਰਿੰਦਰ ਸਿੰਘ ਜੀ ਕਰਨਾਲ ਤੋਂ ਆ ਕੇ ਸਰਪਾਉ ਦੀ ਬਖਸ਼ਿਸ਼ ਲੈ ਲੈਣ। ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਹਨ ਪਰਿਵਾਰ ਨੇ। ਸਰਦਾਰ ਜੇਪੀ ਸਿੰਘ ਜੀ ਮੁੰਬਈ ਤੋਂ, ਸਰਦਾਰ ਸਰਬਜੀਤ ਸਿੰਘ ਜੀ ਬੇਦੀ ਮੋਹਾਲੀ ਤੋਂ ਆ ਕੇ ਸਰਪਾਉ ਦੀ ਬਖਸ਼ਿਸ਼ ਲੈਣ। ਸਰਦਾਰ ਤਰਲੋਚਨ ਸਿੰਘ ਜੀ ਮੋਹਾਲੀ ਤੋਂ, ਸਰਦਾਰ ਧਨਵੀਰ ਸਿੰਘ ਜੀ, ਮੋਨੂ ਵੀਰ ਜੀ ਚੰਡੀਗੜ੍ਹ ਤੋਂ, ਸਤਿੰਦਰ ਸਿੰਘ ਜੀ, ਪਿੰਟੀ ਵੀਰ ਜੀ ਚੰਡੀਗੜ੍ਹ ਤੋਂ ਆ ਕੇ ਸਰਪਾਉ ਦੀ ਬਖਸ਼ਿਸ਼ ਲੈਣ। ਸਵਰਗੀਏ ਪਰਮੀਤ ਸਿੰਘ ਜਿਨ੍ਹਾਂ ਦੀ ਧਰਮ ਸੁਪਤਨੀ ਅਮਰਜੀਤ ਕੌਰ ਕਲਸੀ ਪਰਿਵਾਰ, ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਤੋਂ, ਸੈਮ ਸਿੰਘ, ਸਹਿਰਾਜ ਸਿੰਘ USA ਤੋਂ, ਪਵਨਦੀਪ ਸਿੰਘ ਜੀ ਦਿੱਲੀ ਤੋਂ, ਕਾਕਾ ਕਰਨ ਅਨੇਜਾ ਦਿੱਲੀ ਤੋਂ, ਸਰਦਾਰ ਇੰਦਰਜੀਤ ਸਿੰਘ ਜੀ, ਪਰਮਿੰਦਰ ਕੌਰ ਕਰਨਾਲ ਤੋਂ, ਬੱਚੀ ਏਕਮਪ੍ਰੀਤ ਕੌਰ, ਸਰਦਾਰ ਸਤਪਾਲ ਸਿੰਘ ਜੀ ਬਾਲੂ ਤੋਂ, ਸਰਦਾਰ ਬਲਜੀਤ ਸਿੰਘ ਜੀ USA ਤੋਂ, ਗੁਰਫਤਿਹ ਸਿੰਘ ਜੀ ਕੌਂਤਾ ਨਗਰ ਤੋਂ, ਗੁਰਪਿੰਦਰ ਰਾਜ ਸਿੰਘ ਜੀ ਚੰਨ ਜੀ ਆ ਕੇ ਸਰਪਾਉ ਦੀ ਬਖਸ਼ਿਸ਼ ਲੈਣ। ਸਰਦਾਰ ਸਰਬਜੀਤ ਸਿੰਘ ਜੀ ਮਾਨ ਬੇਟੀ ਰੂਪਕਿਰਨ ਕੌਰ ਕੈਨੇਡਾ ਤੋਂ, ਸਰਦਾਰ ਕਾਬਲ ਸਿੰਘ ਜੀ ਦਾ ਬੇਟਾ ਯੁਵਰਾਜ ਸਿੰਘ ਪਿੰਡ ਆਊ ਤੋਂ, ਤੇਜਵੀਰ ਸਿੰਘ ਸਨ ਆਫ ਰਾਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ, ਸਰਦਾਰ ਸਰਤਾਜ ਸਿੰਘ ਜੀ ਬਿੰਦਰਾ ਸਨ ਆਫ ਰਾਜਾ ਬਲਜੀਤ ਸਿੰਘ ਜੀ ਬਿੰਦਰਾ। ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਪਰਿਵਾਰ ਨੇ। ਸਰਦਾਰ ਜਸਵਿੰਦਰ ਸਿੰਘ ਜੀ ਮੋਹਾਲੀ ਤੋਂ, ਸਰਦਾਰ ਰਣਜੀਤ ਸਿੰਘ ਜੀ ਸਨ ਆਫ ਨੇਪਾਲ ਸਿੰਘ ਬਾਲੂ, ਮਾਤਾ ਪਿਆਰ ਕੌਰ ਡੇਰਾ ਸ਼ੇਖੂਪੁਰੀਆ, ਸਰਦਾਰ ਕੁਲਵੰਤ ਸਿੰਘ ਜੀ ਖਾਰਾ ਜਰਮਨ ਜਲਮਾਣਾ ਤੋਂ, ਕਨਵਰ ਪ੍ਰਤਾਪ ਸਿੰਘ ਜੀ ਵੜੈਤ ਸਿੰਘੜਾ, ਸਰਦਾਰ ਨਵਾਬ ਸਿੰਘ ਜੀ, ਸਰਦਾਰ ਅੰਗਰੇਜ਼ ਸਿੰਘ ਜੀ, ਪ੍ਰਭਜੋਤ ਕੌਰ, ਹਰਸ਼ਿਤ ਕੁਮਾਰ ਰੁੜਕੀ ਤੋਂ, ਮਾਤਾ ਜਸਵਿੰਦਰ ਕੌਰ ਬੱਕਲ ਤੋਂ, ਸਰਦਾਰ ਅਮੀਰ ਸਿੰਘ ਜੀ ਬੁੱਢਨਪੁਰ, ਸਰਦਾਰ ਸਮੀਤ ਸਿੰਘ ਜੀ ਨੈਣਜੋਤ ਕੌਰ ਜਿਨ੍ਹਾਂ ਦੇ ਨਾਮ ਲਿੱਤੇ ਗਏ ਹਨ ਉਹ ਸਰਪਾਉ ਦੀ ਬਖਸ਼ਿਸ਼ ਆ ਕੇ ਲੈ ਲੈਣ। ਔਰ ਕਿਸੇ ਦਾ ਵੀ ਨਾਮ ਲੈਣ ਤੋਂ ਰਹਿ ਗਿਆ ਹੋਵੇ ਉਹ ਆ ਕੇ ਬਾਅਦ ਵਿੱਚ ਸਰਪਾਉ ਦੀ ਬਖਸ਼ਿਸ਼ ਲੈ ਸਕਦਾ ਹੈ। ਤੇ ਹੁਣ ਬੇਨਤੀ ਹੈ ਕਿ ਸੰਤ ਗੁਰਮੀਤ ਸਿੰਘ ਜੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਉਹਨਾਂ ਤੋਂ ਬਾਅਦ ਔਰ ਵੀ ਜੱਥੇ 10 ਮਿੰਟ ਦਾ ਸਮਾਂ ਹੈ। ਉਸ ਤੋਂ ਬਾਅਦ ਜੱਥੇ ਔਰ ਵੀ ਪਹੁੰਚ ਚੁੱਕੇ ਹਨ ਦਰਬਾਰ ਸਾਹਿਬ ਤੋਂ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆ ਕੇ ਦੀਵਾਨ ਦੇ ਵਿੱਚ ਸਜੋ। ਗੱਜ-ਵੱਜ ਕੇ ਇੱਕ ਵਾਰੀ ਜਕਾਰਾ ਛੱਡੇਗਾ ਦਾਸ। ਸਾਰੀ ਸੰਗਤ ਨੇ ਉੱਚ ਆਵਾਜ਼ ਜਵਾਬ ਦੇਣਾ ਹੈ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਖੰਡੇ ਬਾਟੇ ਦੀ ਪਾਉਲ ਜਿਹੜਾ ਰੂਟੀਨ ਵਾਲਾ ਹਾਲ ਹੈ ਉੱਪਰ ਠੀਕ 12 ਵਜੇ ਖੰਡੇ ਬਾਟੇ ਦੀ ਪਾਉਲ ਤਿਆਰ ਹੋਵੇਗੀ। ਪੰਜ ਪਿਆਰੇ ਸਿੰਘ ਸਾਹਿਬਾਨ ਆ ਚੁੱਕੇ ਹਨ। ਠੀਕ 12 ਵਜੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਉਲ ਛਕਣੀ ਹੈ ਸਨਕੇਸੀ ਇਸ਼ਨਾਨ ਕਰਕੇ ਪੰਜਾਂ ਕਕਾਰਾਂ ਸਮੇਤ ਉੱਪਰ ਹਾਲ ਦੇ ਵਿੱਚ ਪਹੁੰਚ ਜਾਣ। ਠੀਕ 12 ਵਜੇ ਖੰਡੇ ਬਾਟੇ ਦੀ ਪਾਉਲ ਛਕਾਈ ਜਾਏਗੀ। ਜਿਹੜਾ ਕੋਈ ਪਿਛਲੇ ਅਖੰਡ ਪਾਠਾਂ ਵਿੱਚ ਵੀ ਨਾ ਆਇਆ ਹੋਵੇ ਉਹ ਵੀ ਆਪਣਾ ਸਰਪਾਉ ਦੀ ਬਖਸ਼ਿਸ਼ ਲੈ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।